ਦਿਖਾਉਣੀ ਹੈ ਕਾਹਦੇ ਵਾਸਤੇ। ਅੱਜ ਸਾਡੇ ਘਰ ਵਿੱਚ ਫੇਰ ਗਹਿਮਾ ਗਹਿਮੀ ਕਾਹਦੇ ਵਾਸਤੇ ਹੋ ਰਹੀ ਹੈ, ਮੈਨੂੰ ਸਮਝ ਨਹੀਂ ਆ ਰਿਹਾ। ਮੈਨੂੰ ਤਾਂ ਗਲੀ ਦੇ ਬੰਦ ਪਏ ਸੀਵਰ ਦਾ ਫਿਕਰ ਲੱਗਾ ਪਿਆ। ਸਾਰੀ ਗਲੀ ਗੰਦੇ ਪਾਣੀ ਨਾਲ ਭਰੀ ਪਈ ਹੈ। ਸਾਡੀ ਕੋਠੀ ਤਾਂ ਉੱਚੀ ਕਰਕੇ ਬਣੀ ਹੈ। ਕਈ ਘਰਾਂ ਵਿੱਚ ਤਾਂ ਫਲਸ਼ਾਂ ਵਿੱਚੋਂ ਗੰਦਗੀ ਬਾਹਰ ਆਈ ਜਾਂਦੀ ਹੈ। ਕਮੇਟੀ ਵਾਲਿਆਂ ਨੂੰ 2 ਫੋਨ ਕਰ ਚੁੱਕਾ ਹਾਂ। ਬਸ ਆਉਂਦੇ ਹਾਂ ਭੇਜਦੇ ਹਾਂ ਬੰਦੇ ਕਹਿ ਕੇ ਸਾਰ ਦਿੰਦੇ ਨੇ। ਕੋਈ ਨਹੀਂ ਆਇਆ ਅਜੇ ਤੱਕ। ਮੇਰੀ ਪਤਨੀ ਕੁਲਦੀਪ ਤਿਆਰੀ ਵਿੱਚ ਰੁੱਝੀ ਹੋਈ ਹੈ। ਉਸ ਸਫਾਈ ਵਾਲੀ ਸੂਰਤੀ ਨੂੰ ਕਹਿ ਕੇ ਸਾਰੇ ਘਰ ਵਿੱਚ ਪੋਚਾ ਲਵਾ ਲਿਆ ਹੈ। ਫਰਨੈਲ ਦੀ ਤੇਜ਼ ਖੁਸ਼ਬੂ ਨੇ ਸੀਵਰ ਦੀ ਸੜਿਆਂਦ ਰੋਕ ਦਿੱਤੀ ਹੈ। ਫਲਸ਼ਾਂ ਵਿੱਚ ਆਡੋ ਨੇ ਲਟਕਾ ਦਿੱਤੀ ਹੈ। ਕਮਰਿਆਂ ਵਿੱਚ ਰੂਮ ਫਰੈਸ਼ਰ ਦਾ ਫੁਆਰਾ ਮਾਰ ਦਿੱਤਾ ਹੈ। ਸਾਰੇ ਘਰ ਵਿੱਚੋਂ ਸੁਗੰਧਾਂ ਉੱਠ ਰਹੀਆਂ ਹਨ। ਘਰ ਵਿੱਚੋਂ ਭਾਵੇਂ ਸੁਗੰਧਾਂ ਉੱਠ ਰਹੀਆਂ ਹਨ, ਪਰ ਮੇਰੇ ਮਨ ਵਿੱਚ ਗਲੇ ਸੜੇ ਖਿਆਲ ਆ ਰਹੇ ਹਨ, ਜਿਵੇਂ ਗਲੀ ਦੇ ਸੀਵਰ ਵਿੱਚੋਂ ਆਉਂਦੇ ਹੋਣ। ਮੇਰੀ ਛੋਟੀ ਬੇਟੀ ਸੁਪਨਜੋਤ ਅਜੇ ਸੁੱਤੀ ਨਹੀਂ ਉੱਠੀ। ਰਾਤ ਉਹ ਆਪਣੀ ਮਾਂ ਨਾਲ ਕਿੰਨੀ ਬਹਿਸ ਕਰਦੀ ਰਹੀ ਸੀ। ਤੂੰ ਮੇਰੀ ਮੰਨ ਲੈ ਕੁੜੀਏ, ਫੇਰ ਪਛਤਾਵੇਂਗੀ। ਨਹੀਂ ਮੰਮੀ, ਮੈਂ ਸਿਮਰਨ ਵਾਲੇ ਖਾਤੇ ਵਿੱਚ ਨਹੀਂ ਡਿੱਗਣਾ। ਕੁੜੇ ਸਿਮਰਨ ਖਾਤੇ 'ਚ ਡਿੱਗੀ ਹੈ? ਰਾਜ ਕਰਦੀ ਹੈ ਰਾਜ, ਸਰਪੰਚਣੀ ਹੈ ਪਿੰਡ ਦੀ। ਇੰਨੀ ਜ਼ਮੀਨ ਜਾਇਦਾਦ, ਕੋਠੀ ਕਾਰ, ਪਰ ਨੀਤ ਤਾਂ ਵੇਖ ਵੱਡੇ ਮਾਨਸ਼ਾਹੀਆਂ ਦੀ। ਨਹੀਂ ਤੂੰ 4 ਅੱਖਰ ਕੀ ਪੜ੍ਹ ਗਈ, ਵਿਗੜ ਗਈ ਚੰਡੀਗੜ੍ਹ ਰਹਿ ਕੇ। ਮੰਮੀ, ਜੋਤੀ ਤੇ ਤੂੰ ਕੁਲਦੀਪ ਚੁੱਪ ਕਰੋ ਦੋਵੇਂ। ਮੈਂ ਉਦੋਂ ਦਖਲਅੰਦਾਜ਼ੀ ਕੀਤੀ ਸੀ। ਦਖਲਅੰਦਾਜ਼ੀ ਕਰਨ ਨੂੰ ਮੇਰਾ ਹੁਣ ਵੀ ਦਿਲ ਕਰ ਰਿਹਾ ਹੈ। ਕੁਲਦੀਪ ਦਾ ਆਹਰ ਪਾਹਰ ਜਿਵੇਂ ਕੋਈ ਖਾਸ ਮਹਿਮਾਨ ਆਉਣਾ ਹੋਵੇ। ਉਂਝ ਮਹਿਮਾਨ ਤਾਂ ਖਾਸ ਹੀ ਹਨ, ਪਰ ਮੇਰਾ ਮਨ ਹੀ ਉਚਾਟ ਹੋਇਆ ਪਿਆ ਹੈ। ਜਦੋਂ ਦੀ ਸਿਮਰਨ ਵਿਆਹੀ ਹੈ, ਉਸ ਵੱਲੋਂ ਕਦੇ ਤੰਗੀ ਨਹੀਂ ਆਈ। ਘਰੇ ਸਭ ਕੁਝ ਹੈ। ਸਿਮਰਨ ਦਾ ਪਤੀ ਐਡਵੋਕੇਟ ਜੀਤਿੰਦਰ, ਨਾਲੇ ਵਕਾਲਤ ਨਾਲੇ ਵਾਹੀ, ਦੋਹਾਂ ਨੂੰ ਘੁਕਾਈ ਫਿਰਦਾ ਹੈ। ਜੀਤਿੰਦਰ ਤੋਂ ਛੋਟਾ ਪ੍ਰੀਤਿੰਦਰ ਵੀ ਲਾਅ ਪੜ੍ਹਦਾ ਗੰਗਾ ਨਗਰ ਤੋਂ। ਉਹਨਾਂ ਦਾ ਬਾਪ ਗੁਰਨਾਮ ਸਿੰਘ ਗਾਮਾ ਬਲਾਕ ਸੰਮਤੀ ਮੈਂਬਰ, ਰਿਜ਼ਰਵ ਕਰਕੇ ਸਿਮਰਨ ਸਰਪੰਚ ਹੈ ਪਿੰਡ ਦੀ। ਕੱਲ੍ਹ ਫੋਨ ਵੀ ਸਿਮਰਨ ਦਾ ਹੀ ਆਇਆ ਸੀ। ਪਾਪਾ ਜੀ, ਅਸੀਂ ਕੱਲ੍ਹ ਨੂੰ ਆਵਾਂਗੇ, ਤੁਸੀਂ ਘਰੇ ਹੀ ਰਹੋ। ਮੈਂ ਤਾਂ ਘਰੇ ਹੀ ਹਾਂ ਸਿੰਮੀ, ਕਿਵੇਂ ਕੋਈ ਖਾਸ ਗੱਲ ਹੈ? ਖਾਸ ਤਾਂ ਪਤਾ ਨਹੀਂ, ਵੈਸੇ ਡੈਡੀ ਕਹਿੰਦੇ ਸੀ ਫੋਨ ਮਾਰਦੀ ਮਾਸਟਰ ਜੀ ਨੂੰ। ਗੱਲ ਦਾ ਮੈਨੂੰ ਕੋਈ ਸਿਰਾ ਨਹੀਂ ਲੱਭਦਾ ਸੀ। ਜਦੋਂ ਜੋਤੀ ਨੇ ਪ੍ਰੀਤ ਨਾਲ ਰਿਸ਼ਤੇ ਤੋਂ ਇਨਕਾਰ ਕੀਤਾ ਸੀ ਤਾਂ ਸਿਮਰਨ ਦੇ ਸਹੁਰੇ ਇੱਕ ਵਾਰ ਤਾਂ ਭੜਕ ਉੱਠੇ ਸਨ। ਸਿਮਰਨ ਤੇ ਜੀਤਿੰਦਰ ਵੀ ਗੁੱਸੇ ਵਿੱਚ ਤਿਲ ਮਿਲਾਏ ਸਨ। ਪ੍ਰੀਤ ਭਾਂਡੇ ਭੰਨਣ ਤੱਕ ਗਿਆ ਸੀ। ਗਾਮੇ ਸਰਦਾਰ ਦੇ ਤੇਵਰ ਵੀ ਚੜ੍ਹੇ ਸਨ, ਪਰ ਜੋਤੀ ਦੀ ਕਿਸੇ ਗੱਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਉਸ ਜਵਾਬ ਵੀ ਗਾਮੇ ਸਰਦਾਰ ਨੂੰ ਦਿੱਤਾ ਸੀ। ਨਹੀਂ ਮਾਸਟਰ ਜੀ, ਬਾਕੀ ਛੱਡੋ, ਇਹ ਮੈਚ ਵੈਸੇ ਵੀ ਫਿੱਟ ਨਹੀਂ। ਆਈ ਰਿਫਿਊਜ਼। ਸਾਰੇ ਜੋਤੀ ਵੱਲ ਖਾਣ ਵਾਂਗ ਝਾਕੇ ਸਨ। ਕੁਲਦੀਪ ਅਤੇ ਜੋਤੀ ਦਾ ਮਾਮਾ ਜਗਦੀਸ਼ ਵੀ। ਸਿਰਫ ਮੈਨੂੰ ਹੀ ਜੋਤੀ ਦੀ ਗੱਲ ਚੰਗੀ ਲੱਗੀ ਸੀ। ਫਿਰ ਪਲਾਂ ਵਿੱਚ ਉਹਨਾਂ ਦੀ ਇੰਡੈਵਰ ਛੂਟ ਵੱਟ ਗਈ ਸੀ। ਆਫਤ ਟਲੀ, ਮੈਂ ਸੋਚਿਆ ਸੀ। ਤਾਂ ਫਿਰ ਅੱਜ ਕੀ ਆਫਤ ਆਉਣ ਵਾਲੀ ਹੈ, ਮੈਂ ਬਾਰ-ਬਾਰ ਸੋਚ ਰਿਹਾ ਹਾਂ, ਪਰ ਮੈਨੂੰ ਕੁਝ ਵੀ ਯਾਦ ਨਹੀਂ ਆ ਰਿਹਾ। ਯਾਦ ਆ ਰਿਹਾ ਸਿਮਰਨ ਦੇ ਸਾਕ ਵੇਲੇ ਇਹਨਾਂ ਦਾ ਕੀ ਰੰਗ ਸੀ। ਜਦ ਅਧਿਆਪਕ ਦਲ ਵਾਲੇ ਕੁਲਦੀਪ ਦੇ ਭਰਾ ਜਗਦੀਸ਼ ਨੇ ਮੇਰੇ ਨਾਲ ਗੱਲ ਕੀਤੀ ਸੀ ਤਾਂ ਮੈਨੂੰ ਯਕੀਨ ਨਹੀਂ ਆਇਆ ਸੀ। ਕਿੱਥੇ ਗਾਮਾ ਸਰਦਾਰ, ਕਿੱਥੇ ਮੈਂ। ਗਾਮਾ ਸਰਦਾਰ ਇਸ ਇਲਾਕੇ ਦਾ ਕਹਿੰਦਾ ਕਹਾਉਂਦਾ ਲੀਡਰ ਤੇ ਸਰਦਾਰ ਸੀ। ਜ਼ਮੀਨ, ਟਰੈਕਟਰ, ਮੋਟਰਾਂ, ਕਾਰਾਂ, ਕੋਠੀ, ਸ਼ਹਿਰੀ ਜਾਇਦਾਦ ਤੇ ਨੇਤਾਗਿਰੀ। ਉਸ ਕੋਲ ਇੰਨਾ ਸਰਮਾਇਆ ਜਗਦੀਸ਼ ਤੇ ਆਪਾਂ ਨਹੀਂ। ਸਰਬਜੀਤ ਸਿਆਂ, ਜਿਹੜਾ ਸਰਮਾਇਆ ਤੇਰੇ ਕੋਲ ਹੈ ਉਹ ਤੈਨੂੰ ਪਤਾ ਹੀ ਨਹੀਂ। ਮੈਨੂੰ ਜਗਦੀਸ਼ ਦੀ ਬੁਝਾਰਤ ਸਮਝ ਨਹੀਂ ਆਈ ਸੀ। ਮੇਰੇ ਕੋਲ ਸਰਮਾਇਆ ਜਗਦੀਸ਼, ਆਹ ਮੰਡੀ 'ਚ ਘਰ, ਪਿੰਡ ਜ਼ਮੀਨ, ਹੋਰ ਕੀ ਛੁਣਛਣਾ ਮੇਰੇ ਕੋਲ? ਨਹੀਂ ਗਿਆਨੀ ਜੀ, ਜਿਹੜਾ ਆਪਣਾ ਧੀਆਂ ਦਾ ਧਨ ਹੈ ਇਹ ਘੱਟ ਹੈ ਕੋਈ? ਪੜ੍ਹੀਆਂ ਲਿਖੀਆਂ ਸਟੱਜੀਆਂ ਸਿਆਣੀਆਂ ਆਪਣੀਆਂ ਬੇਟੀਆਂ ਦੀ ਤਾਂ ਚਰਚਾ ਹੈ ਇਲਾਕੇ 'ਚ। ਜੋਤੀ ਦੇਖ ਲੈ, ਜ਼ਿਲ੍ਹੇ 'ਚ ਫਸਟ ਆਈ ਹੈ +2 ਚੋਂ। ਸਿਮਰਨ ਨੇ ਯੂਨੀਵਰਸਿਟੀ ਟਾਪ ਕੀਤਾ। ਜਗਦੀਸ਼ ਦੀਆਂ ਸਮਝਾਉਣੀਆਂ ਮੈਂ ਸਮਝ ਕੇ ਵੀ ਨਾ ਸਮਝ ਸਕਿਆ ਸਾਂ। ਉਂਝ ਤਾਂ ਮੈਨੂੰ ਕਦੇ ਚੰਗਾ ਲੱਗਦਾ ਸੀ ਕਿ ਮੇਰੀਆਂ ਧੀਆਂ ਮੇਰੇ ਧੀਆਂ ਨਾਲੋਂ ਮੇਰੀ ਜ਼ਮੀਨ 'ਤੇ ਵੱਧ ਨਜ਼ਰਾਂ ਸਨ ਗਾਮੇ ਤੇ ਜਗਦੀਸ਼ ਦੀਆਂ। ਮੇਨ ਰੋਡ 'ਤੇ ਪੈਂਦੇ 7 ਕਿੱਲੇ, 2 ਕਿੱਲਿਆਂ ਦਾ ਫਰੰਟ। ਪਰ ਜਗਦੀਸ਼ ਦਾ ਕਲਾਸ ਲੈਸਨ ਵਰਗਾ ਲੈਕਚਰ, ਰਿਸ਼ਤਿਆਂ ਦੀ ਪਵਿੱਤਰਤਾ,
ਗਾਮੇ ਸਰਦਾਰ ਦੀਆਂ ਦਿਆਨਤਦਾਰੀਆਂ। ਵੇਖੋ ਮਾਸਟਰ ਜੀ, ਤੁਹਾਡੀਆਂ ਧੀਆਂ ਤਾਂ ਮਾਣ ਨੇ ਇਲਾਕੇ ਦਾ। ਮੰਤਰੀ ਸਾਹਿਬ ਨੇ ਵੀ ਮੇਰੇ ਕੋਲ ਕਈ ਵਾਰ ਜ਼ਿਕਰ ਕੀਤਾ ਹੈ। ਨਾਲੇ ਜਿਹਨੇ ਧੀ ਦੇਤੀ ਉਹਨੇ ਕੀ ਲਕੋ ਲਿਆ। ਆਪਾਂ ਤਾਂ 13 ਤੁੰਦਣ ਵਾਲੀ ਪਾਰਟੀ ਦੇ ਬੰਦੇ ਹਾਂ। ਤਿੰਨਾਂ ਕੱਪੜਿਆਂ 'ਚ ਮਨਜ਼ੂਰ ਹੈ ਲੜਕੀ। ਮੈਂ ਸਸ਼ੋਵੰਜ ਵਿੱਚ ਪੈ ਗਿਆ ਸਾਂ। ਜਦੋਂ ਅਗਲੇ ਹਾਂ ਕਹਿੰਦੇ ਨੇ, ਤੁਹਾਡੀ ਕਾਹਦੀ ਜਿਹੜੀ ਹੈ, ਹੋਰ ਕੀ ਪਟਿਆਲੇ ਵਾਲੇ ਭਾਲੋਂਗੇ? ਇੰਨਾ ਵਧੀਆ ਰਿਸ਼ਤਾ ਹੈ। ਜਗਦੀਸ਼ ਬਾਈ ਕੀ ਬੁਰਾ ਸੋਚੂ ਆਪਣਾ। ਕੁਲਦੀਪ ਦਾ ਤਰਕ ਵੀ ਮੇਰਾ ਮਨ ਨਹੀਂ ਮਨਾ ਰਹੇ ਸਨ। ਸਿਮਰਨ ਤੋਂ ਵੀ ਕੋਈ ਰਾਹ ਨਹੀਂ ਮਿਲਿਆ ਸੀ। ਪਾਪਾ ਜੀ, ਜਿਵੇਂ ਤੁਸੀਂ ਠੀਕ ਸਮਝੋ। ਜਗਦੀਸ਼ ਮਾਮਾ ਕਿਉਂ ਮਾੜਾ ਕਰਨਗੇ? ਬਾਕੀ ਮੰਮੀ ਵੀ ਠੀਕ ਲੱਗਦੇ ਨੇ, ਤੁਹਾਡੀ ਮਰਜ਼ੀ। ਸਿਮਰਨ ਨੇ ਜਦੋਂ ਦੀ ਯੂਨੀਵਰਸਿਟੀ ਛੱਡੀ ਸੀ, ਮੈਂ ਉਸ ਨੂੰ ਉਦੋਂ ਤੋਂ ਉਦਾਸ ਵੇਖ ਰਿਹਾ ਸਾਂ। ਉਸਦੇ ਕਮਰੇ ਵਿੱਚ ਖਾਲੀ ਫੋਟੋ ਫਰੇਮ ਰੁਲ ਰਿਹਾ ਸੀ। ਮੇਰੇ ਕੋਲ ਹਾਂ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਗਿਆ ਸੀ। ਐਡੀ ਵੱਡੀ ਧਿਰ ਬਣ ਜਾਣ ਉੱਤੇ ਮੈਨੂੰ ਚਾਅ ਜਿਹਾ ਵੀ ਚੜ੍ਹਦਾ, ਪਰ ਫੇਰ ਪਤਾ ਨਹੀਂ ਕੀ ਖੁਦਕੁਦੀ ਜਿੱਤ ਨੂੰ ਖਾਈ ਜਾਂਦੀ। ਗਾਮੇ ਸਰਦਾਰ ਦਾ ਭਰਵਾਂ ਜੁੱਸਾ, ਤਰਾਸ਼ੀ ਦਾੜੀ, ਖੜਵੇਂ ਮਸ਼ਹਿਰੇ ਮੇਰੇ ਦਿਲ 'ਤੇ ਅਜਿਹਾ ਛੱਪਾ ਪਿਆ, ਮੈਂ ਉਸਦੇ ਸਾਹਮਣੇ ਜਾਣ ਤੋਂ ਕਤਰਾਉਂਦਾ। ਵਿਆਹ ਤੋਂ ਬਾਅਦ ਅਸੀਂ ਸਿਮਰਨ ਨੂੰ ਲੈਣ ਗਏ ਸਾਂ। ਉਹਨਾਂ ਦੀ ਕਾਲੀ ਇੰਡੈਵਰ ਕੋਲ ਸਾਡੀ ਮਰੂਤੀ 800 ਨਿਮਾਣਿਆਂ ਵਾਂਗ ਉਦਾਸ ਖੜੀ ਸੀ, ਪਰ ਬੈਠਕ ਵਿੱਚ ਪਿੰਡ ਦੇ 1-2 ਮੋਹਤਬਰਾਂ ਵਿੱਚ ਗਾਮਾ ਸਰਦਾਰ ਖਿੜਿਆ ਬੈਠਾ ਸੀ। ਮੈਂ ਪਹਿਲਾ ਪੈਗ ਪੀ ਲਿਆ। ਗਾਮਾ ਖੁਸ਼ ਸੀ। ਆਹ ਬਣੀ ਨਾ ਗੱਲ। ਮੈਂ ਤਾਂ ਡਰ ਗਿਆ ਸੀ ਮੈਂਬਰਾ। ਜਦੋਂ ਜਗਦੀਸ਼ ਮਾਸਟਰ ਨੇ ਦੱਸਿਆ ਕਿ ਕੁੜਮ ਗਿਆਨੀ ਹੈ, ਮੈਂ ਤਾਂ ਡਰ ਗਿਆ ਭਾਈ। ਨਿਗਦੀ ਰਿਸ਼ਤੇਦਾਰੀ ਹੈ, ਆਪਾਂ ਖਾਣ ਪੀਣ ਵਾਲੇ ਬੰਦੇ, ਤੇ ਕੁੜਮ ਗਿਆਨੀ ਧਿਆਨੀ ਕੀ ਕਰਾਂਗੇ? ਫਿਰ ਭਾਈ ਜਦੋਂ ਪਤਾ ਲੱਗਿਆ ਵੀ ਗਿਆਨੀ ਨਹੀਂ, ਗਿਆਨੀ ਮਾਸਟਰ ਹੈ, ਬੋਦੀਆਂ ਤੇ ਕਤਰੀ ਦਾੜੀ ਵਾਲਾ ਮਾਸਟਰ, ਫਿਰ ਦਿਲ ਟਿਕਿਆ। ਮੇਰੇ ਅੰਦਰੋਂ ਉਲਟੀ ਆਉਣ ਵਾਲੀ ਹੋ ਗਈ ਸੀ। ਸ਼ਰਾਬ ਬਾਹਰ ਨੂੰ ਨਿਕਲੂ ਕਰੇ। ਮੈਂ ਰਾਤ ਮਸਾਂ ਕੱਟੀ। ਹੁਣ ਵੀ ਮੇਰਾ ਵਕਤ ਮਸਾਂ ਨਿਕਲ ਰਿਹਾ ਸੀ। ਘਰ ਵਿਚਲੀ ਮਹਿਕ ਅਤੇ ਗਲੀ ਵਿਚਲੇ ਸੀਵਰ ਦੀ ਸੜਾਂਦ ਮੇਰੇ ਦਿਮਾਗ ਵਿੱਚ ਗੁੱਥਾ ਸਨ। ਦਿਮਾਗ ਵਿੱਚ ਮਹਿਕ ਅਤੇ ਸੜਾਂਦ ਦਾ ਯੁੱਧ ਚੱਲ ਰਿਹਾ ਸੀ। ਮੈਂ ਬਾਰ-ਬਾਰ ਲੇਪਣ ਲਾ ਰਿਹਾ ਸੀ ਕਿ ਅੱਜ ਕੀ ਮਾਜਰਾ ਹੋਇਆ। ਗਾਮੇ ਸਰਦਾਰ ਦਾ ਬੈਂਗਣੀ ਰੰਗ ਤਾਂ ਥੋੜ੍ਹੇ ਚਿਰ ਪਿੱਛੋਂ ਹੀ ਉੱਗਣ ਲੱਗਾ ਸੀ। ਉਹ ਮੇਰੇ ਕੋਲ ਮੰਡੀ ਘੱਟ ਆਉਂਦਾ, ਮੇਰੇ ਪਿੰਡ ਵੱਧ ਗੇੜਾ ਮਾਰਦਾ। ਪਿੰਡ ਵੀ ਮੇਰੇ ਚਾਚੇ ਕੇ ਘਰੇ ਨਾ ਜਾਂਦਾ, ਸਰਪੰਚਾਂ ਦੇ ਜਾਂ ਡੂੰਗਰ ਬੇਲੀ ਕੋਲ ਵੱਧ ਜਾਂਦਾ। ਗਾਮਾ ਖੇਤਾਂ ਦੇ ਕੰਮਾਂ ਤੋਂ ਫ੍ਰੀ ਸੀ। ਉਹ ਗੱਡੀ ਲੈ ਕੇ ਮੰਤਰੀ ਦੇ ਮਗਰ ਹੀ ਘੁੰਮਦਾ ਰਹਿੰਦਾ। ਇਲਾਕਾ ਤਾਂ ਕਿ ਉਹਦਾ ਚੰਡੀਗੜ੍ਹ ਤੱਕ ਤੁਰਿਆ ਰਹਿੰਦਾ। ਮਾਸਟਰ ਜੀ ਦੱਸਿਓ ਕੋਈ ਕੰਮ ਧੰਦਾ। ਮੰਤਰੀ ਆਪਣਾ ਖਾਸਮ ਖਾਸ ਹੈ। ਮੇਰੇ ਵਜੂਦ ਉੱਤੇ ਉਸਦਾ ਚਾਕਮਾ ਦਾੜਾ ਅਤੇ ਭਰਵੇਂ ਮਸ਼ਹਿਰੇ ਛਾ ਜਾਂਦੇ। ਹੁਣ ਵੀ ਮੇਰਾ ਮਨ ਭਟਕ ਰਿਹਾ ਸੀ। ਇੱਕ ਅਚਵੀ ਜਿਹੀ ਮਨ ਵਿੱਚ ਉੱਠੀ। ਮੈਂ ਕੁਰਸੀ ਛੱਡ ਕੇ ਜੋਤੀ ਦੇ ਕਮਰੇ ਵਿੱਚ ਚਲਾ ਗਿਆ। ਜੋਤੀ ਬੇਫਿਕਰੀ ਦੇ ਆਲਮ ਵਿੱਚ ਸੌਂ ਰਹੀ ਸੀ। ਬੈੱਡ 'ਤੇ ਸਰਾਲ ਵਾਂਗ ਪਈ ਜੋਤੀ ਵੱਲ ਮੈਥੋਂ ਝਾਕਿਆ ਨਾ ਗਿਆ। ਗੋਡਿਆਂ ਤੱਕ ਹੋਈ ਉਸਦੀ ਲੋਅਰ। ਮੈਂ ਝੱਟ ਬਾਹਰ ਆ ਗਿਆ। ਮੇਰੇ ਕੋਲੋਂ ਸਾਂਝੇ ਬਾਥਰੂਮ ਵਿੱਚ ਨਹਾਇਆ ਨਹੀਂ ਜਾਂਦਾ। ਸਿੰਮੀ ਤੇ ਜੋਤੀ ਦੇ ਕੱਪੜੇ ਮੇਰੀਆਂ ਨਜ਼ਰਾਂ ਫਿਰ ਜਾਂਦੀਆਂ ਨੇ, ਪਰ ਮੈਂ ਅੱਜ ਦੀਆਂ ਹਕੀਕਤਾਂ ਤੋਂ ਨਜ਼ਰਾਂ ਕਿਵੇਂ ਫੇਰਾਂ ਪੱਕਾ ਪਤਾ ਤਾਂ ਨਹੀਂ, ਪਰ ਮੇਰਾ ਅੰਦਾਜ਼ਾ ਸੀ ਕਿ ਜੋਤੀ ਦੇ ਰਿਸ਼ਤੇ ਬਾਰੇ ਨਵੀਂ ਚਾਲ ਹੋਊ, ਜਾਂ ਫਿਰ ਮੈਂ ਕਈ ਦਿਨ ਪਹਿਲਾਂ ਨਵੀਂ ਫੈਕਟਰੀ ਲਾਉਣ ਦੀ ਗੱਲ ਸੁਣੀ ਸੀ। ਜੀਤਿੰਦਰ ਫੋਨ ਮੈਨੂੰ ਨਹੀਂ, ਕੁਲਦੀਪ ਨੂੰ ਹੀ ਕਰਦਾ ਹੁੰਦਾ। ਉਸ ਦਿਨ ਵੀ ਕੁਲਦੀਪ ਹੀ ਫੋਨ 'ਤੇ ਕਹਿ ਰਹੀ ਸੀ, ਵਧਾਈਆਂ ਪੁੱਤ, ਫੇਰ ਤਾਂ ਚੰਗਾ ਭਾਈ, ਲਾ ਲਓ ਫੈਕਟਰੀ, ਹੁਣ ਤਾਂ ਮੰਤਰੀ ਵੀ ਤੁਹਾਡਾ ਕਰਦਾ ਹੈ। ਜੀਤਿੰਦਰ ਨੇ ਖੌਰੇ ਕੀ ਕਿਹਾ ਮੈਨੂੰ ਸੁਣਿਆ ਨਹੀਂ। ਮੈਨੂੰ ਤਾਂ ਕੁਲਦੀਪ ਦੀ ਹੀ ਆਵਾਜ਼ ਫਿਰ ਸੁਣੀ ਸੀ, ਲੈ ਅਸੀਂ ਕਿ ਸੋਥੋਂ ਬਾਹਰ ਆ ਪੁੱਤ, ਧੀ ਦੇ ਕੇ ਪੁੱਤ ਬਣਾਇਆ ਤੈਨੂੰ ਸ਼ੇਰਾ। ਮੇਰੇ ਦਿਮਾਗ ਵਿੱਚ ਕੁਝ ਖੜਕਿਆ ਸੀ। ਕੁਲਦੀਪ ਨੇ ਕੁਝ ਨਹੀਂ ਸੀ ਦੱਸਿਆ ਫੈਕਟਰੀ ਲਾਉਣ ਤੋਂ ਬਿਨਾਂ। ਫਿਰ ਮੈਂ ਸੋਚਿਆ ਫੈਕਟਰੀ ਛੱਡ ਭਾਵੇਂ ਰਿਫਾਈਨਰੀ ਲਾ ਲੈਣ। ਮੰਤਰੀ ਇਹਨਾਂ ਦਾ, ਸਰਕਾਰ ਇਹਨਾਂ ਦੀ। ਮੈਨੂੰ ਖੁਸ਼ੀ ਵੀ ਹੋਈ ਸੀ ਕਿ ਮੇਰੀ ਧੀ ਤੇ ਦੋਤੇ ਦਾ ਹੀ ਬਣ ਰਿਹਾ, ਪਰ ਮੇਰੇ ਮਨ ਵਿੱਚ ਖੋਹ ਜਿਹੀ ਵੀ ਪਈ ਸੀ, ਖਬਰੇ ਕਿਉਂ। ਪਿੰਡੋਂ ਆਉਂਦੀਆਂ ਖਬਰਾਂ ਵੀ ਮਨ ਵਿੱਚ ਖੋਹ ਪਾਉਂਦੀਆਂ। ਸਰਬਿਆ ਗਾਮਾ ਸੋਦੇ ਗੇੜੇ ਵੱਧ ਗਏ ਪਿੰਡ। ਦੇਖ ਲੈ, ਆਪਣੇ ਘਰੇ ਤਾਂ ਪਹਿਲੇ ਦਿਨੋਂ ਨਹੀਂ ਆਇਆ ਸਰਪੰਚ ਜਾਂ ਡੂੰਗਰ। ਹੁਣ ਤਾਂ ਡੂੰਗਰ ਕੇ ਬਾਹਲਾ ਜਾਂਦਾ ਹੈ। ਮੰਡੀ 'ਚ ਮਿਲੇ ਚਾਚੇ ਚਾਨਣ ਨੇ ਦੱਸਿਆ ਸੀ। ਉਨੇ ਦਿਨੀ ਮਨ ਦਾ ਖੋਹ ਤੇ ਦਿਲ ਦਾ ਡਰ ਹੀ ਨਹੀਂ ਸੀ, ਸਗੋਂ ਹਰੇਕ ਪਿੰਡ ਵਿੱਚ ਸਿਵੇ ਬਣ ਰਹੇ ਸਨ। ਇੱਜ਼ਤਾਂ ਰੁਲ ਰਹੀਆਂ ਸਨ। ਫਰੋਤੀਆਂ ਤੇ ਰਿਸ਼ਵਤਾਂ ਦਾ ਦੌਰ ਸੀ। ਧੌਲੀਆਂ ਦਾੜੀਆਂ ਬਾਹਰ ਵੀ ਪੁੱਟੀ ਦੀਆਂ ਸਨ, ਘਰਾਂ ਵਿੱਚ ਵੀ। ਮੈਂ ਵੀ ਉਸ ਦਿਨ ਘਰ ਨੂੰ ਆ ਰਿਹਾ ਸੀ। ਸ਼ਾਂਤੀ ਮਾਰਚ ਤੋਂ ਬਾਅਦ ਸ਼ਹਿਰੋਂ ਲੇਟ ਹੋ ਗਿਆ ਸੀ। ਤਪਦੀ ਗਰਮੀ ਵਿੱਚ ਚਿੱਤ ਠੰਡੀ ਬੀਅਰ ਨੂੰ ਲਲਚਾ ਗਿਆ ਸੀ।
ਫਿਰ ਬੀਅਰ ਤੋਂ ਬਾਅਦ ਬਿਸਕੀ ਚੱਲ ਪਈ ਸੀ। ਹਨੇਰਾ ਹੋ ਗਿਆ ਸੀ, ਪਰ ਮੇਰਾ ਦਲੇਰ ਹੋਇਆ ਦਿਲ ਨਾ ਹਨੇਰੇ ਤੋਂ ਡਰਿਆ ਸੀ ਅਤੇ ਨਾ ਹੀ ਉਦੋਂ ਪਏ ਹਨੇਰ ਤੋਂ। ਮੇਰਾ ਸਕੂਟਰ ਪਿੰਡ ਦੀ ਫਿਰਨੀ 'ਤੇ ਰੋਕ ਲਿਆ ਸੀ। ਉਹ 3 ਸਨ। ਇੱਕ ਨੇ ਮੇਰੇ ਵਾਲਾਂ ਦਾ ਰੁੱਗ ਭਰ ਕੇ ਕਿਹਾ ਸੀ, ਕੇਸ ਰੱਖ ਲਾ ਮਾਸਟਰਾ, ਮੀਟ ਸ਼ਰਾਬ ਛੱਡ ਦੇ, ਨਹੀਂ ਫਿਰ ਵੇਖ ਲੈ, ਜਾਂ ਭਾਜਾ, ਹੁਕਮ ਮੰਨ। ਖੱਬੀ ਬੱਖੀ ਵਿੱਚ ਕੁਝ ਚੁੱਭਿਆ ਸੀ। ਡਰ ਦੇ ਦਿਨਾਂ ਵਿੱਚ ਮੈਂ ਸੱਚੀ ਡਰ ਗਿਆ ਸਾਂ। ਘਰ ਵਾਲੀ ਦੀਆਂ ਵਾਸਤੇ ਪਾਉਂਦੀਆਂ ਅੱਖਾਂ, ਸਿਰ ਵਿੱਚ ਵਾਲਾਂ ਦਾ ਭਰਿਆ ਰੁੱਗ, ਖੱਬੀ ਬੱਖੀ ਦੀ ਚੋਭ, ਮੇਰੇ ਨਾ ਚਾਹੁੰਦੇ ਹੋਏ ਵੀ ਕੇਸ ਵੱਧ ਗਏ ਤੇ ਸਿਰ ਨੂੰ ਪੱਗ ਨੇ ਢੱਕ ਲਿਆ। ਮੈਨੂੰ ਤਾਂ ਸੁਪਨੇ ਵੀ ਉਹੀ ਆਉਂਦੇ ਸਨ। ਉਸ ਰਾਤ ਵੀ ਬੱਖੀ ਨਾਲ ਲੱਗੀ ਮੌਤ ਤੇ ਵਾਲਾਂ ਦਾ ਭਰਿਆ ਰੁੱਗ ਭੜਕ ਜਾਗ ਆ ਗਈ। ਜਟੂਰੀਆਂ ਬਣੇ ਕੇਸ ਖੁੱਲ੍ਹ ਗਏ। ਕੇਸਾਂ ਦੁਆਲੇ ਵਲਿਆ ਕਾਲਾ ਧਾਗਾ ਖੁੱਲ੍ਹ ਕੇ ਚਿੱਟੇ ਸਰਾਣੇ ਤੇ ਸਪੋਲੀਏ ਵਾਂਗ ਪਿਆ ਸੀ। ਸਿਰ ਵਿੱਚ ਤੇਜ਼ ਜਿਹੀ ਲੂਣ ਹੋ ਰਹੀ ਸੀ। ਮੈਂ ਦੋਵੇਂ ਹੱਥਾਂ ਨਾਲ ਖਿਲਰੇ ਕੇਸ ਸਿਰ ਖੁਰਕ ਰਿਹਾ ਸਾਂ। ਜੋਤੀ ਉਦੋਂ ਬਾਲੜੀ ਸੀ। ਉਹ ਹਰ ਗੱਲ ਤੇ ਕਾਹਦੇ ਵਾਸਤੇ ਕਹਿੰਦੀ। ਉਹਦੇ ਮੂੰਹੋਂ ਸੋਹਣਾ ਲੱਗਦਾ। ਮੈਨੂੰ ਕਹਿੰਦੀ, ਇਹ ਕਾਹਦੇ ਵਾਸਤੇ ਰੱਖੇ ਨੇ ਪਾਪਾ ਜੀ? ਇੱਕ ਪਾਸੇ ਵਾਲਾਂ ਦਾ ਭਰਿਆ ਰੁੱਗ, ਧਮਕੀ ਭਰੇ ਬੋਲ, ਦੂਜੇ ਪਾਸੇ ਜੋਤੀ ਦਾ ਸਵਾਲ, ਕਾਹਦੇ ਵਾਸਤੇ? ਸਰਾਣੇ ਤੇ ਸਪੋਲੀਏ ਵਾਂਗ ਪਿਆ ਕਾਲਾ ਧਾਗਾ। ਉਦੜ ਮੇਰੀ ਨਜ਼ਰ ਸਾਹਮਣੀ ਕੰਧ ਤੇ ਭਗਤ ਸਿੰਘ ਦੀ ਹੈਟ ਵਾਲੀ ਫੋਟੋ ਤੇ ਜਾ ਟਿੱਕੀ ਸੀ। ਹੁਣ ਮੈਂ ਕੋਠੀ ਦੀ ਛੱਤ ਤੇ ਚਲਾ ਗਿਆ। ਸਾਡੇ ਘਰ ਦੇ ਪਿਛਲੇ ਪਾਸੇ ਖੇਤ ਸਨ। ਖੇਤਾਂ ਵਿੱਚ ਦੂਰ ਦੂਰ ਤੱਕ ਝੋਨਾ ਦਿਸ ਰਿਹਾ ਸੀ। ਹਰੇਕ ਚੂਰ ਝੋਨੇ ਵੱਲੋਂ ਹਵਾ ਦਾ ਬੁੱਲਾ ਆਇਆ। ਮੁਸ਼ਕ ਮਾਰਦੇ ਪਾਣੀ ਦੀ ਦੁਰਗੰਧ ਨੱਕ ਵਿੱਚ ਵੜ ਗਈ। ਗਲੀ 'ਚੋਂ ਸੀਵਰ ਦਾ ਸੜਾਂਦ ਮਾਰਦਾ ਪਾਣੀ, ਇੱਧਰੋਂ ਝੋਨੇ ਦਾ ਮੁਸ਼ਕਿਆ ਪਾਣੀ। ਮੈਂ ਹੇਠਾਂ ਆ ਗਿਆ। ਘਰ ਵਿੱਚੋਂ ਭਿੰਨੀ ਭਿੰਨੀ ਖੁਸ਼ਬੂ ਆ ਰਹੀ ਸੀ। ਘਰ ਦੀ ਖੁਸ਼ਬੂ ਤੇ ਬਾਹਰਲੀ ਬਦਬੂ ਦਿਮਾਗ ਵਿੱਚ ਗੁੱਥਮ ਗੁੱਥਾ ਸੀ। ਜੋਤੀ ਦੇ ਸ਼ਬਦ ਕੰਨਾਂ ਵਿੱਚ ਗੂੰਜੇ, ਅਜੇ ਤੁਹਾਨੂੰ ਕੀ ਦੱਸਾਂ ਪਾਪਾ ਜੀ, ਦੱਸੋ ਜਦੋਂ ਮੌਕਾ ਆਇਆ। ਮੇਰੇ ਸਾਹਮਣੇ ਬੁਝਾਰਤ ਬਣੇ ਇਹ ਸ਼ਬਦ ਕੋਈ ਕੰਨੀ ਨਹੀਂ ਫੜਾਉਂਦੇ। ਵਿਆਹ ਦੇ ਨਾਮ ਤੋਂ ਚਿੜ ਜੋਤੀ ਦਾ ਅਜੀਬ ਸੁਭਾਅ ਦਾ ਅੰਗ ਬਣਦੀ ਜਾਂਦੀ ਹੈ। ਉਸਦੀਆਂ ਅੱਖਾਂ ਦੀ ਲਿਸ਼ਕ, ਦਿਮਾਗ ਵਿੱਚ ਚੱਲਦੀ ਰੀਲ, ਆਪਣੀ ਉਮਰ ਤੋਂ ਵੱਡੀ ਚੇਤਨਾ ਨਾਲ ਸਾਂਝ ਤੇ ਮੁਹੱਬਤ। ਅੱਜ ਵੀ ਸਿੰਮੀ ਹੋਰਾਂ ਦੇ ਆਉਣ ਦਾ ਜੋਤੀ ਨੂੰ ਪਤਾ ਤਾਂ ਹੈ, ਪਰ ਉਹਦਾ ਬੇਫਿਕਰ ਸੁੱਤੀ ਪਈ ਹੈ। ਜੋਤੀ ਦਾ ਇਹ ਸਭ ਕੁਝ ਮੇਰੀ ਸਮਝ ਤੋਂ ਬਾਹਰ ਹੋਇਆ ਪਿਆ ਹੈ। ਮੇਰੇ ਦਿਮਾਗ ਵਿੱਚ ਅਜੀਬ ਤਰ੍ਹਾਂ ਦੇ ਖਿਆਲਾਂ ਦੀ ਜੰਗ ਹੋ ਰਹੀ ਸੀ। ਜੰਗ ਤਾਂ ਸਾਡੇ ਘਰ ਉਦੋਂ ਵੀ ਹੋਈ ਸੀ ਜਦੋਂ ਮੈਂ ਕੁਲਦੀਪ ਨੂੰ ਹੁਣ ਜਦੋਂ ਦਿਲ ਵਿੱਚ ਘਬਰਾਹਟ ਹੋਈ ਤਾਂ ਮੈਂ ਫਰਿੱਜ 'ਚੋਂ ਪਾਣੀ ਜਾ ਪੀਤਾ। ਕੁਲਦੀਪ ਨੇ ਸਫਾਈ ਵਾਲੀ ਸੂਰਤੀ ਨੂੰ ਆਪਣੇ ਨਾਲ ਹੀ ਰਸੋਈ ਵਿੱਚ ਕੰਮ ਤੇ ਲਗਾ ਰੱਖਿਆ ਸੀ। ਸਬਜ਼ੀਆਂ ਉਹਨਾਂ ਚੀਰ ਲਈਆਂ ਸਨ। ਸੂਰਤੀ ਬਰਤਨ ਸਾਫ਼ ਕਰ ਰਹੀ ਸੀ। ਕੁਲਦੀਪ ਨੇ ਆਟਾ ਗੁੰਨ ਕੇ ਢੱਕ ਰੱਖਿਆ ਸੀ। ਅੱਜ ਕਿਵੇਂ ਇਹਨੂੰ ਰਸੋਈ 'ਚ ਬਾੜ ਰੱਖਿਆ? ਮੈਂ ਸੋਚਦਾ ਆਪਣੇ ਕਮਰੇ ਵਿੱਚ ਜਾ ਕੇ ਫਿਰ ਬੈੱਡ 'ਤੇ ਟੇਢਾ ਹੋ ਗਿਆ। ਸੂਰਤੀ ਨੂੰ ਲੱਭਿਆ ਤਾਂ ਕੁਲਦੀਪ ਨੇ ਹੀ ਸੀ, ਪਰ ਹੁਣ ਹਟਾਉਣ ਨੂੰ ਫਿਰਦੀ ਸੀ। ਉਸਨੂੰ ਰਸੋਈ ਤੋਂ ਦੂਰ ਰੱਖਦੀ। ਸੂਰਤੀ ਜਦ ਘਰ ਵਿੱਚ ਹੁੰਦੀ ਤਾਂ ਕੁਲਦੀਪ ਦੀ ਕਾਂ ਵਰਗੀ ਨਜ਼ਰ ਮੇਰੇ 'ਤੇ ਵੀ ਹੁੰਦੀ। ਉਹ ਆਨੀ ਬਹਾਨੀ ਮੇਰੇ ਕਮਰੇ ਦਾ ਬੂਹਾ ਬੰਦ ਕਰ ਜਾਂਦੀ ਸੀ ਜਾਂ ਪਰਦਾ ਠੀਕ ਕਰ ਜਾਂਦੀ। ਮੈਂ ਸਭ ਸਮਝਦਾ ਸੀ। ਮੈਨੂੰ ਲੱਗਦਾ ਕੁਲਦੀਪ ਮੇਰੇ ਮਨ ਦੀ ਬੁੱਝ ਰਹੀ ਸੀ। ਮੇਰੇ ਮਨ ਦਾ ਜਵਾਰ ਭਾਟਾ ਬਾਹਰ ਡਿੱਗੂ ਕਰਦਾ, ਪਰ ਸਿੰਮੀ ਤੇ ਜੋਤੀ, ਮੇਰੇ ਕਮਰੇ ਵਿੱਚ ਟੰਗੀ ਭਗਤ ਸਿੰਘ ਦੀ ਤਸਵੀਰ। ਮੈਂ ਕਿੰਨਾ ਚਿਰ ਹੀ ਛੱਤ ਵੱਲ ਵੇਖੀ ਗਿਆ। ਪੱਖੇ ਦੀ ਘੂਕਰ, ਛੱਤ ਤੇ POP ਨਾਲ ਬਣੇ ਡਿਜ਼ਾਈਨ ਮੇਰੇ ਖਿਆਲਾਂ ਨੂੰ ਹੋਰ ਪਾਸੇ ਲਾਈ ਗਈ। ਅਖੀਰ ਗੱਲ ਉੱਥੇ ਹੀ ਰੁਕਦੀ। ਅੱਜ ਉਹ ਕਿਵੇਂ ਆ ਰਹੇ ਨੇ? ਮੇਰੇ ਹੱਥ ਵਿੱਚ ਕੋਈ ਸਿਰਾ ਨਾ ਆਉਂਦਾ। ਜੋਤੀ ਦਾ ਸਾਕ, ਫੈਕਟਰੀ, ਸਿਮਰਨ ਦੇ ਮੁੰਡੇ ਦਾ ਜਨਮ ਦਿਨ, ਨਵੀਂ ਗੱਡੀ, ਇਹ ਸ਼ਬਦ ਅੱਖਾਂ ਦੇ ਭੱਬੂਆਂ ਵਾਂਗ ਮੇਰੇ ਜ਼ਿਹਨ ਵਿੱਚ ਉੱਡ ਰਹੇ ਸਨ। ਕਦੇ ਮੈਨੂੰ ਜੋਤੀ ਦੇ ਰਿਸ਼ਤੇ ਤੋਂ ਜਵਾਬ ਦੇਣ ਦੀ ਗੱਲ ਗਲਤ ਲੱਗਦੀ। ਪ੍ਰੀਤਿੰਦਰ ਵਿੱਚ ਵੀ ਮੈਨੂੰ ਕੁਝ ਵੀ ਗਲਤ ਨਾ ਲੱਗਦਾ। ਆਮ ਮੁੰਡਿਆਂ ਵਰਗਾ ਮੁੰਡਾ ਹੈ, ਸੋਹਣਾ ਵੀ ਹੈ। ਇਕੱਲਾ ਪ੍ਰੀਤ ਹੀ ਕੀ, ਸਾਰੇ ਮੁੰਡੇ ਹੀ ਇਹਦੇ ਵਰਗੇ ਨੇ, ਸ਼ੂਕੇ ਬਣ ਕੇ, ਗਿਆਨ ਤੋਂ ਕੋਰੇ, ਆਧੁਨਿਕ ਚਕਾਚੌਂਧ ਵਿੱਚ ਆਏ। ਕੀ ਹੋ ਗਿਆ ਜੇ ਪ੍ਰੀਤ ਪੜ੍ਹਨ 'ਚ ਨਿੱਲ ਹੈ, ਪਰ ਗਾਮੇ ਸਰਦਾਰ ਦੀ ਪਹੁੰਚ। ਪੜ੍ਹ ਜੂ ਪ੍ਰੀਤ, LLB ਕਰ ਜੂ, ਫਿਰ ਜੀਤ ਵਾਂਗ ਸੈੱਟ ਹੋ ਜੂ। ਹੈ ਤਾਂ ਸਹੀ ਸਾਰਾ ਕੁਝ ਉਹਦੇ ਕੋਲ। ਕੀ ਹੈ ਪਾਪਾ ਜੀ ਸਾਰਾ ਕੁਝ? ਜੋਤੀ ਮੈਨੂੰ ਭੱਜ ਕੇ ਪਈ ਸੀ ਜਦ ਇਹੀ ਗੱਲ ਮੈਂ ਉਸਨੂੰ ਕਹੀ ਸੀ। ਕਹਿੰਦੀ, ਸਾਰੇ ਕੁਝ ਤੋਂ ਭਾਵ ਕੋਠੀ, ਕਾਰ, ਜ਼ਮੀਨ, ਪੈਸਾ, ਧਨ ਦੌਲਤ ਹੀ ਸਮਝਦੇ ਹੋ? ਇਹੀ ਤਾਂ ਸਾਰਾ ਕੁਝ ਨਹੀਂ ਹੁੰਦਾ ਪਾਪਾ ਜੀ। ਤੁਸੀਂ ਤਾਂ ਸਾਨੂੰ ਆਪ ਸਿਖਾਇਆ, ਮੱਤ ਦਿੱਤੀ ਹੈ ਕਿ ਇਹੀ ਸਾਰਾ ਕੁਝ ਨਹੀਂ ਹੁੰਦਾ।
ਤੇ ਫਿਰ ਹੋਰ ਕੀ ਹੈ ਪ੍ਰੀਤ 'ਚ? ਹਰ ਕਲਾਸ 'ਚੋਂ ਫੇਲ, ਲੜਾਈ ਝਗੜਾ, ਦੰਗੇ, ਮੁੰਡਿਆਂ ਦਾ ਗੈਂਗ, ਕੁੜੀਆਂ ਦੀਆਂ ਚੁੰਨੀਆਂ ਹੀ ਨਹੀਂ ਜ਼ਿੰਦਗੀਆਂ ਰੋਲਤੀਆਂ। ਤੁਹਾਡੇ ਇਸ ਸਾਰੇ ਕੁਝ ਦੇ ਸਿਰ 'ਤੇ ਹੀ ਕਰਦਾ ਉਹ ਆਹ ਸਾਰਾ ਕੁਝ। ਜੋਤੀ ਬੇਟੇ, ਮੇਰਾ ਕਹਿਣ ਦਾ ਇਹ ਭਾਵ ਨਹੀਂ ਸੀ। ਤੇਰੀਆਂ ਸਾਰੀਆਂ ਠੀਕ ਨੇ, ਪਰ ਕੁੜੀ ਦੀ ਮੰਜ਼ਿਲ ਤਾਂ ਵਿਆਹ ਹੈ। ਵਿਆਹ ਲਈ ਇਹੀ ਸਾਰਾ ਕੁਝ ਭਾਲਿਆ ਜਾਂਦਾ ਹੈ ਪਾਪਾ ਜੀ। ਫਿਰ ਉਹ ਸਾਰੀਆਂ ਚੰਗਿਆਈਆਂ ਤਾਂ ਹਮੇਸ਼ਾ ਚੰਗੀਆਂ ਰਹੀਆਂ ਨੇ ਤੇ ਰਹਿਣਗੀਆਂ ਵੀ, ਪਰ ਇੱਕ ਬਾਪ ਦੇ ਸਾਹਮਣੇ ਧੀ ਦਾ ਭਵਿੱਖ ਹੋਰ ਹੈ ਵੀ ਕੀ? ਭਵਿੱਖ ਤਾਂ ਹੋਰ ਵੀ ਹੋਊ ਕੋਈ, ਵਿਆਹ ਦੇ ਸਿਰ ਨੜ ਤੋਂ ਬਿਨਾਂ। ਫਿਰ ਤੂੰ ਹੀ ਦੱਸ ਜੋਤੀ। ਅਜੇ ਮੈਂ ਤੁਹਾਨੂੰ ਕੀ ਦੱਸਾਂ ਪਾਪਾ ਜੀ, ਅਜੇ ਤਾਂ ਮੈਂ ਆਪ ਦੱਸੋ ਜੇ ਕਦੇ ਮੌਕਾ ਆਇਆ। ਜੋਤੀ ਨੇ ਗੱਲ ਪੂਰੀ ਨਹੀਂ ਕੀਤੀ ਸੀ, ਅੱਧ ਵਿਚਾਲੇ ਛੱਡ ਦਿੱਤੀ ਸੀ। ਇਹਨਾਂ ਗੱਲਾਂ ਨੂੰ ਵੀ 6 ਮਹੀਨੇ ਹੋ ਗਏ ਸਨ। 6 ਮਹੀਨੇ ਹੀ ਜੋਤੀ ਨੂੰ ਯੂਨੀਵਰਸਿਟੀ ਤੋਂ ਆਈ ਨੂੰ ਹੋ ਗਏ। ਫਿਕਰਮੰਦ ਰਹਿੰਦੀ ਹੈ, ਆਪਦੇ ਕਮਰੇ ਵਿੱਚ ਬੜੀ ਰਹਿੰਦੀ ਹੈ। ਕੰਪਿਊਟਰ 'ਤੇ ਪਤਾ ਨਹੀਂ ਕੀ ਕਰੀ ਜਾਂਦੀ ਹੈ। 2-4 ਵਾਰ ਚੰਡੀਗੜ੍ਹ ਵੀ ਜਾ ਆਈ। ਇੱਕ ਅਣਜਾਣ ਜਿਹੀ ਔਰਤ ਹੁੰਦੀ ਹੈ ਇਹਦੇ ਨਾਲ, ਉਹ ਉਦਾਸ ਵੀ ਨਹੀਂ ਲੱਗਦੀ। ਇੱਕ ਸੋਚ ਜਿਹੀ, ਇੱਕ ਲਗਨ ਜਿਹੀ। ਜਦੋਂ ਇਹ ਆਪਣੀ ਮਾਂ ਨੂੰ ਕਹਿ ਰਹੀ ਸੀ, ਉਹ ਨੋ ਮੰਮੀ, ਦਰੀਆਂ ਖੇਸ ਪੱਖੀਆਂ ਸਰਾਣੇ ਮੈਂ ਨਹੀਂ ਲਿਜਾਣੇ, ਤੇਰੇ ਤੋਹਫੇ ਤੈਨੂੰ ਮੁਬਾਰਕ ਹੋਣ। ਫਿਰ ਵੀ ਜੋਤੀ, ਅਸੀਂ ਤਾਂ ਦੇਵਾਂਗੇ ਤੈਨੂੰ, ਠਾਠ ਨਾਲ ਕਰਾਂਗੇ ਤੇਰਾ ਵਿਆਹ। ਜੇ ਤੂੰ ਦੇਖ ਉੱਥੇ ਸਿੰਮੀ ਦੇ ਦਿਓਰ ਨਾਲ ਨਹੀਂ ਕਰਾਉਂਦੀ ਤਾਂ ਕਿਤੇ ਤਾਂ ਕਰਾਂਗੇ, ਦੇਖੀ ਸਹੀ, ਪੱਟ ਕੱਢ ਦਿਆਂਗੇ। ਮੰਮੀ, ਵਿਆਹ ਤੋਂ ਬਿਨਾਂ ਨਹੀਂ ਸਰਦਾ ਹੁੰਦਾ ਕਿਤੇ, ਵਿਆਹ ਤਾਂ ਕਰਾਂਗੇ, ਹੋਰ ਕੀ ਤੇਰਾ ਘਰੇ ਅਚਾਰ ਪਾਵਾਂਗੇ। ਚਲੋ ਮੰਮੀ, ਵਿਆਹ ਬਾਰੇ ਵੀ ਸੋਚਾਂਗੇ ਜਦੋਂ ਨਾ ਸਰਿਆ। ਅਜੇ ਤਾਂ ਪੱਖੀਆਂ ਸਰਾਣੇ ਦਰੀਆਂ ਤੋਂ ਬਿਨਾਂ ਕੋਈ ਹੋਰ ਦਾਜ ਲਊਂਗੀ। ਜੋਤੀ ਨੇ ਫਲਾਸਫਰਾ ਵਾਂਗ ਕਿਹਾ ਸੀ। ਹੋਰ ਦਾਜ? ਤੂੰ ਦੱਸਦਾ ਸਹੀ ਜੋਤੀ ਬੇਟੇ। ਮੈਨੂੰ ਲਾਲੀ ਚੜ੍ਹ ਗਈ ਸੀ। ਨਹੀਂ, ਜੋਤੀ ਤਾਂ ਵਿਆਹ ਦੇ ਨਾਂ ਤੋਂ ਟਾਲਾ ਵੱਟ ਜਾਂਦੀ ਸੀ। ਜੋਤੀ ਮੇਰੇ ਵੱਲ ਅੱਖਾਂ ਕੱਢ ਕੇ ਝਾਕੀ ਸੀ। ਉਹ ਕੁਝ ਕਹਿੰਦੀ ਹੀ ਸੀ ਕਿ ਉਹਦੇ ਮੋਬਾਈਲ ਦੀ ਘੰਟੀ ਵੱਜ ਪਈ। ਉਸਦੇ ਚਿਹਰੇ 'ਤੇ ਰੌਣਕ ਆ ਗਈ। ਉਸ ਝੱਟ ਫੋਨ ਓਕੇ ਕੀਤਾ ਤੇ ਬੋਲੀ, ਹਾਂ ਦੀਦੀ, ਤੁਸੀਂ ਘਰੇ ਆ ਜਾਓ, ਪਾਪਾ ਵੀ ਘਰੇ ਨੇ, ਡਿਸਕਸ ਕਰ ਲਾਂਗੇ। ਫੋਨ ਕਰ ਦਿੱਤਾ। ਜੋਤੀ ਨੇ ਕਿਹਾ, ਚੇਤਨਾ ਦੀਦੀ ਦਾ ਫੋਨ ਸੀ, ਉਹ ਆ ਰਹੇ ਨੇ। ਇਹ ਕਹਿ ਜੋਤੀ ਆਪਣੇ ਕਮਰੇ ਨੂੰ ਪੌੜੀਆਂ ਚੜ੍ਹ ਗਈ। ਕੁਲਦੀਪ ਮੇਰੇ ਵੱਲ ਝਾਕੀ। ਇਹ ਹੁਣ ਕੀ ਉਧਮੂਲ ਚੱਕੀ ਫਿਰਦੀ ਹੈ, ਜਿੱਦਣ ਦੀ ਉਸ ਜੁੰਡਲ ਜੀ ਨਾਲ ਰਲੀ ਹੈ। ਕੁਲਦੀਪ ਦੀ ਗੱਲ ਸੁਣ ਮੈਨੂੰ ਖਿਝ ਚੜੀ। ਮੈਂ ਉੱਠ ਖੜਾ, ਬਾਥਰੂਮ ਜਾ ਹੱਥ ਧੋਤੇ, ਜੋਤੀ ਦੇ ਕਮਰੇ ਦੀਆਂ ਪੌੜੀਆਂ ਚੜ੍ਹ ਗਿਆ। ਜੋਤੀ ਕੰਪਿਊਟਰ ਨਾਲ ਸਿਰ ਜੋੜੀ ਬੈਠੀ ਸੀ। ਮੇਜ਼ ਉੱਤੇ ਉਸ ਸਲੀਕੇ ਨਾਲ ਬੰਨ੍ਹ ਕੇ 5-7 ਫਾਈਲਾਂ ਰੱਖੀਆਂ ਹੋਈਆਂ ਸਨ। ਮੈਂ ਵੇਖਿਆ ਕੰਪਿਊਟਰ ਦੀ ਸਕਰੀਨ 'ਤੇ ਉਸਨੇ ਇੱਕ ਬਿਲਡਿੰਗ ਦਾ ਨਕਸ਼ਾ ਬਣਾ ਰੱਖਿਆ ਸੀ। ਸੋਹਣੀ ਇਮਾਰਤ, ਗਰਾਸੀ ਪਲਾਟ, ਹਰੇ ਲੰਬੇ ਦਰਖਤ, ਵਰਦੀਆਂ ਵਿੱਚ ਸਜੇ ਬੱਚੇ। ਉਹੀ ਨਕਸ਼ਾ ਹੁਣ ਫਿਰ ਮੇਰੇ ਦਿਮਾਗ ਵਿੱਚ ਘੁੰਮ ਗਿਆ। ਚੇਤਨਾ ਤੇ ਜੋਤੀ ਨੇ ਹੀ ਮੈਨੂੰ ਆਪਣੀ ਪ੍ਰਪੋਜ਼ਲ ਦੱਸੀ ਸੀ। ਉਹ ਡਿਟੇਲ 'ਚ ਦੱਸ ਰਹੀਆਂ ਸਨ। ਮੈਂ ਸੁਣ ਰਿਹਾ ਸੀ, ਹੈਰਾਨ ਵੀ ਸਾਂ ਤੇ ਬੇਯਕੀਨੀ ਵੀ ਸੀ। ਉਹਨਾਂ ਦੀਆਂ ਸਕੀਮਾਂ ਸੁਣ ਮੈਂ ਚੁੱਪ ਹੀ ਰਿਹਾ। ਉਹਨਾਂ ਨੇ ਵੀ ਹਾਂ ਜਾਂ ਨਾ ਪੁੱਛਣ ਦੀ ਜਿੱਦ ਨਹੀਂ ਕੀਤੀ ਸੀ। ਉਹਨਾਂ ਦੇ ਮਨ ਵਿੱਚ ਉਦੋਂ ਪਤਾ ਨਹੀਂ ਕੀ ਸੀ, ਪਰ ਮੈਂ ਆਸੇ-ਪਾਸੇ ਤੋਂ ਪਤਾ ਲਾ ਲਿਆ ਸੀ ਕਿ ਚੇਤਨਾ ਕੀ ਹੈ। ਉਂਝ ਤਾਂ ਜੋਤੀ ਨੇ ਹੀ ਕਿੰਨਾ ਕੁਝ ਮੈਨੂੰ ਦੱਸ ਦਿੱਤਾ ਸੀ। ਆਪਣੀ ਮਾਂ ਨੂੰ ਭੱਜ ਕੇ ਪਈ ਸੀ ਉਹ। ਤੁਸੀਂ ਮੰਮੀ, ਦੀਦੀ ਨੂੰ ਜੁੰਡਲ ਜੀ ਨਾ ਕਿਹਾ ਕਰੋ। ਪ੍ਰਾਈਵੇਟ ਫਰਮ 'ਚ ਸ਼ਾਨਦਾਰ ਪੈਕੇਜ ਲੈਂਦੇ ਇੰਜੀਨੀਅਰ ਪਤੀ ਦੇ ਠੰਡੇ ਠਾਰ ਸੁਭਾਅ ਅਤੇ 16 ਘੰਟਿਆਂ ਦੇ ਰੁਝੇਵੇਂ ਤੋਂ ਚੇਤਨਾ ਨੇ ਤਲਾਕ ਲੈ ਲਿਆ ਸੀ, ਅਤੇ ਖਰਚਾ ਵੀ। ਬਾਪ ਦੀ ਮੌਤ ਤੋਂ ਬਾਅਦ ਸ਼ਾਹੂਕਾਰ ਭਰਾ ਤੋਂ ਆਪਦਾ ਹਿੱਸਾ ਠੋਕ ਵਜਾ ਕੇ ਲਿਆ ਸੀ। ਪ੍ਰੋਫੈਸਰ ਟੀਚਰ ਤਾਂ ਉਹ ਕਿਸੇ ਪ੍ਰਾਈਵੇਟ ਕਾਲਜ ਜਾਂ ਕਾਨਵੈਂਟ ਸਕੂਲ ਵਿੱਚ ਵੀ ਲੱਗ ਸਕਦੀ ਸੀ, ਪਰ ਉਹ ਗਾਂਧੀ ਸੈਕੰਡਰੀ ਸਕੂਲ ਵਿੱਚ ਮੈਥ ਮਾਸਟਰ ਸੀ। ਕੰਪਿਊਟਰ, ਕਿਤਾਬਾਂ ਤੇ 7 ਸਾਲ ਦੀ ਧੀ ਉਸਦਾ ਕੀਮਤੀ ਸਮਾਨ ਸਨ। ਮੈਂ ਵੇਖਿਆ ਸਿਮਰਨ ਕੀ ਕੀਮਤੀ ਗੱਡੀ ਗਲੀ ਵਿੱਚ ਸੀਵਰ ਦੀ ਗਾਰ ਰੜਦੀ ਪੋਰਚ ਵਿੱਚ ਆ ਰੁਕੀ। ਗਾਮਾ ਸਰਦਾਰ ਤੇ ਜੀਤਿੰਦਰ ਦੇ ਨਾਲ ਸਿਮਰਨ ਅਤੇ ਉਸਦੀ ਸੱਸ ਵੀ ਸਨ। ਸਿਮਰਨ ਦਾ ਬੱਚਾ ਮਨੀ ਗਾਮੇ ਸਰਦਾਰ ਦੀ ਬੁੱਕਲ ਚੱਕਾ ਹੋਇਆ ਸੀ। ਮੈਨੂੰ ਐਂ ਜਾਪਿਆ ਜਿਵੇਂ ਘਰ ਵਿੱਚ ਭੁਚਾਲ ਆ ਗਿਆ ਹੋਵੇ। ਡਰਾਇੰਗ ਰੂਮ ਦੇ ਸੋਫੇ ਭਰ ਗਏ, ਮਿਠਾਈ, ਨਮਕੀਨ, ਚਾਹ, ਠੰਡਿਆਂ ਨਾਲ ਮੇਜ਼ ਭਰ ਗਈ। ਮਨੀ ਨੇ ਸੀਵਰ ਦੀ ਗਾਰ 'ਚ ਪੈਰ ਲਵੇਟ ਕੇ ਬਾਹਰਲੀ ਛੜਾਂਦ ਨਾਲ ਘਰ ਭਰ ਦਿੱਤਾ। ਮੇਰਾ ਦਿਮਾਗ ਸੋਚਣ ਨਾਲ ਭਰ ਰਿਹਾ ਸੀ। ਮਹਿਮਾਨ ਘਰ ਵਿੱਚ ਕੀ ਕਰ ਰਹੇ ਹਨ, ਮੈਂ ਬੇਖਬਰ ਸਾਂ। ਜਗਦੀਸ਼ ਵੀ ਆ ਗਿਆ ਸੀ। ਉਹ ਤੇ ਗਾਮਾ ਸਰਦਾਰ ਵੱਡੀਆਂ ਗੱਲਾਂ ਮਾਰ ਰਹੇ ਸਨ। ਮੁੱਖ ਮੰਤਰੀ ਦੀਆਂ, ਰੂਟਾਂ, ਕੋਟੇ, ਪਰਮਟਾਂ, ਲਾਇਸੈਂਸਾਂ ਦੀਆਂ, ਆਉਣ ਵਾਲੀਆਂ ਚੋਣਾਂ ਦੀਆਂ, ਬਣਨ ਵਾਲੀ ਸਰਕਾਰ ਦੀਆਂ। ਜਗਦੀਸ਼ ਆਪ ਹੀ ਮੇਰੀ ਅਲਮਾਰੀ ਖੋਲ੍ਹ ਕੇ ਸ਼ਰਾਬ ਦੀ ਬੋਤਲ ਚੁੱਕ ਲਿਆਇਆ। ਪਾਣੀ, ਬਰਫ਼, ਸੋਡਾ, ਨਮਕੀਨ। ਜੀਤਿੰਦਰ ਧਰ ਗਿਆ। ਮੇਰੇ ਘਰ ਵਿੱਚ ਉਹ ਮੇਰੀ ਹੋਂਦ ਹੀ ਭੁੱਲੇ ਹੋਏ ਸਨ।
ਜਦ ਜਗਦੀਸ਼ ਪੈਗ ਪਾਉਣ ਲੱਗਾ ਤਾਂ ਗਾਮੇ ਸਰਦਾਰ ਦੀ ਗੜਕਵੀਂ ਆਵਾਜ਼ ਆਈ, ਤੁਸੀਂ ਆ ਜਾਓ ਮਾਸਟਰ ਜੀ, ਨਾ ਸੱਚ ਗਿਆਨੀ ਜੀ, ਲਾਓ ਗੱਫੇ। ਮੇਰਾ ਅੰਦਰ ਮੱਚ ਗਿਆ। ਮੈਨੂੰ ਜਾਪਿਆ ਜਿਵੇਂ ਮੈਨੂੰ ਕੁਛ ਦਾੜੀਆ ਮਾਸਟਰ ਕਿਹਾ ਹੋਵੇ। ਰਿਸ਼ਤੇ ਦੀਆਂ ਬੇੜੀਆਂ ਮੇਰੇ ਸੀਲ ਸੁਭਾਅ ਸੱਭਿਅਕ ਮਨੁੱਖ ਦੀ ਪਰਿਭਾਸ਼ਾ ਨੇ ਮੇਰਾ ਮੂੰਹ ਬੰਦ ਕਰੀ ਰੱਖਿਆ, ਪਰ ਗੱਚ ਭਰ ਗਿਆ, ਅੱਖਾਂ ਵਿੱਚ ਪਾਣੀ ਤੈਰ ਗਿਆ। ਜਗਦੀਸ਼ ਨੇ ਅਧਿਆਪਕਾਂ ਬਾਰੇ ਖੌਰੇ ਕੀ ਕਿਹਾ ਮੈਨੂੰ ਨਹੀਂ ਸੁਣਿਆ। ਮੈਨੂੰ ਤਾਂ ਗਾਮੇ ਸਰਦਾਰ ਦੇ ਖਰਵੇ ਬੋਲ ਹੀ ਸੁਣੇ। ਕੇਰਾਂ ਕਿਸੇ ਪਿੰਡ 5-7 ਤੀਵੀਆਂ ਜੰਗਲ ਪਾਣੀ ਗਈਆਂ, ਬਾਹਰ ਨਹੀਂ ਚ ਉੱਧਰੋਂ ਕੋਈ ਆਦਮੀ ਤੁਰਿਆ ਆਵੇ। ਇੱਕ ਕਹਿੰਦੀ, ਉੱਠ ਖੜੋ ਨਹੀਂ, ਬੰਦਾ ਆਉਂਦਾ। ਦੂਜੀ ਸਿਆਣ ਕੇ ਬੋਲੀ, ਨਹੀਂ ਕੋਈ ਨਹੀਂ, ਮਾਸਟਰ ਹੈ ਆਪਣੇ ਸਕੂਲ ਵਾਲਾ, ਬੈਠੀਆਂ ਰਹੋ। ਲਓ ਜੀ, ਮਾਸਟਰਾਂ ਤੋਂ ਤਾਂ ਤੀਵੀਆਂ ਨੂੰ ਡਰ ਨਹੀਂ ਨੰਗੇਜ ਦਾ, ਅਤੇ ਤੂੰ ਦਿਸ਼ਾ ਸਿਆ ਮਾਸਟਰਾਂ ਨੂੰ ਮਾਰਸ਼ਲ ਨਿਰਮਾਤੇ ਕਹਿਣਾ ਤਾਂ ਮੈਂ ਚਾਹੁੰਦਾ ਸੀ, ਪਰ ਮੇਰੇ ਤਾਲੂ ਕੋਲ ਕੁਝ ਅੜ ਗਿਆ। ਜਗਦੀਸ਼ ਨੇ ਸਿੱਧਾ ਫੇਰ ਦਾਗ ਦਿੱਤਾ, ਗੁਰਨਾਮ ਸਿਆ ਅਧਿਆਪਕ ਲੀਡਰਾਂ ਵਰਗੇ ਨਹੀਂ ਹੁੰਦੇ ਵੀ ਨੰਗੇਜ ਤੇ ਡੁੱਲ ਜਾਣ। ਇਹ ਤਾਂ ਲੀਡਰ ਨੇ ਤੁਹਾਡੇ, ਜਿਹੜੇ ਕੱਪੜੇ ਵੀ ਫਾੜ ਦਿੰਦੇ ਨੇ। ਨਾ ਵੀ ਦਿਸ਼ਾ ਸਿਆ, ਮੈਂ ਕੋਈ ਲੀਡਰ ਨਹੀਂ, ਆਪਾਂ ਤਾਂ ਦੇਸੀ ਬੰਦੇ ਆ, ਜੱਟ ਬੁੱਟ। ਇਸ ਕੰਮ ਨੂੰ ਤਾਂ ਮੈਨੂੰ ਉਸ ਪਿੰਡ ਵਾਲੇ ਮਾਸਟਰ ਵਰਗਾ ਹੀ ਸਮਝਿਆ। ਮੇਰੇ ਦਿਮਾਗ 'ਚ ਤਾਂ ਆਇਆ ਕਿ ਗਾਮੇ ਨੂੰ ਸੁਣਾ ਦਿਆਂ, ਤੂੰ ਕਿਹੜੇ ਪਾਸਿਓਂ ਜੱਟ ਬੂਟ ਹੈ, ਸਿਰੇ ਦਾ ਸਿਆਸਤੀ ਹੈ ਤੂੰ। ਪਿੰਡ ਦੀ ਸਰਪੰਚੀ ਰਿਜ਼ਰਵ ਹੋ ਗਈ ਤਾਂ ਉਹ ਘਰੇ ਰੱਖੀ। ਬਲਾਕ ਸੰਮਤੀ ਦਾ ਚੇਅਰਮੈਨ ਆਪਦਾ ਸੀਰੀ ਸ਼ੰਕਰ ਸਿੰਘੀਆ ਬਣਾ ਲਿਆ। ਹੁਣ ਸਰਪੰਚੀ ਵੀ ਆਪ ਕਰਦਾ ਅਤੇ ਬਲਾਕ ਸੰਮਤੀ ਦੀ ਚੇਅਰਮੈਨੀ ਵੀ। ਤੂੰ ਚੰਗਾ ਦੇਸੀ ਬੰਦਾ ਹੈ। ਮੈਂ ਕੁਝ ਬੋਲਦਾ, ਮੇਰੇ ਤੋਂ ਪਹਿਲਾਂ ਜਗਦੀਸ਼ ਬੋਲ ਪਿਆ, ਚੱਲ ਛੱਡ ਗੁਰਨਾਮ ਸਿਆ, ਕੰਮ ਦੀ ਗੱਲ ਕਰੀਏ। ਉਹ ਲਿਆ ਕਾਕਾ ਜੀਤ ਨਕਸ਼ਾ ਫੈਕਟਰੀ ਦਾ, ਦਿਖਾਈਏ ਸਰਦਾਰ ਸਰਬਜੀਤ ਸਿੰਘ ਨੂੰ। ਜਗਦੀਸ਼ ਨੇ ਗੱਲ ਦਾ ਰੁੱਖ ਹੀ ਬਦਲ ਦਿੱਤਾ। ਰੁੱਖ ਹੀ ਨਹੀਂ ਬਦਲਿਆ, ਸਾਰੀ ਕਹਾਣੀ ਮੇਰੇ ਸਾਹਮਣੇ ਸਪਸ਼ਟ ਵੀ ਹੋ ਗਈ। ਗਾਮੇ ਸਰਦਾਰ ਨੇ ਆਪਣੀ ਪ੍ਰਪੋਜ਼ਲ ਵਿੱਚ ਜਗਦੀਸ਼ ਨੂੰ ਰਲਾ ਲਿਆ ਸੀ। ਸੀਮੈਂਟ ਪਾਈਪ ਫੈਕਟਰੀ ਲਾਉਣ ਦੀ ਸਕੀਮ ਤੇ ਨਕਸ਼ਾ ਉਹ ਬਣਾ ਲਿਆਏ ਸਨ। ਬਹੁਤ ਸਾਰੀ ਕਾਗਜ਼ੀ ਕਾਰਵਾਈ ਉਹ ਪੂਰੀ ਕਰ ਲਿਆਏ ਸਨ। ਉਹ ਤਿੰਨੇ, ਜਗਦੀਸ਼, ਗਾਮਾ ਸਰਦਾਰ ਤੇ ਜੀਤਿੰਦਰ, ਨਕਸ਼ੇ ਉੱਤੇ ਉਂਗਲਾਂ ਧਰ ਮੈਨੂੰ ਸਮਝਾਉਣ ਲੱਗੇ, ਇੱਥੇ ਪਲਾਂਟ ਲੱਗੂਗਾ, ਸਾਰੀ ਮਸ਼ੀਨਰੀ ਫਿੱਟ ਹੋਊ, ਇੱਥੇ ਆਪਾਂ ਰਾ ਮਟੀਰੀਅਲ ਰੱਖਾਂਗੇ, ਆਹ ਤਿਆਰ ਮਾਲ ਦਾ ਗਡਾਊਂਡ, ਇੱਧਰ ਐਡਮ ਬਲਾਕ, ਆਹ ਤੁਹਾਡਾ ਦਫ਼ਤਰ, ਖੁੱਲੀ ਏਸੀ, ਇਹ ਕਸਟਮਰ ਡੀਲ ਆਫਿਸ। ਮੈਂ ਸੁਣ ਕੇ ਭਵੰਤਰ ਰਿਹਾ ਸਾਂ। ਮੇਰੇ ਕੰਨਾਂ ਵਿੱਚ ਸਾਹ ਹੋਣ ਲੱਗੀ, ਦਿਮਾਗ ਵਿੱਚ ਲੱਖਾਂ ਆਵਾਜ਼ਾਂ ਆ ਰਹੀਆਂ ਨੇ। ਮੈਨੂੰ ਆਪਣੇ ਜ਼ਿਹਨ ਵਿੱਚ ਮਸ਼ੀਨਰੀ ਦੀ ਤੇਜ਼ ਗੜਗੜਾਹਟ ਸੁਣਦੀ ਹੈ। ਮਸ਼ੀਨਰੀ ਦੀ ਗੂੰਜ ਧੂਏ ਨਾਲ ਆੜੂਆਂ, ਅਮਰੂਦਾਂ ਤੇ ਨਿੰਬੂਆਂ ਦੇ ਬੂਟੇ ਤੂੰਬਾ ਉੱਡਦੇ ਲੱਗਦੇ ਹਨ। ਅੱਖਾਂ ਅੱਗੇ ਭੰਬੂ ਤਾਰੇ ਨੱਚ ਰਹੇ ਹਨ। ਦਿਲ ਚਾਹੁੰਦਾ ਹੈ ਕਿ ਭਾਰਾ ਪੈਗ ਬਣਾ ਕੇ ਫਟਾਫਟ ਪੀ ਜਾਵਾਂ। ਮੇਰੀ ਸਮਝ ਜਵਾਬ ਦੇ ਰਹੀ ਸੀ ਕਿ ਜੀਤਿੰਦਰ ਮੈਨੂੰ ਸਮਝਾਉਣ ਲੱਗਾ, ਬਸ ਡੈਡੀ, ਲਾਸਟ ਫਾਰਮੈਲਿਟੀ ਹੈ। ਅਸੀਂ ਸਾਰਿਆਂ ਨੇ ਰਲ ਕੇ ਸੋਚਿਆ ਬਈ ਆਪਣੀ ਮੇਨ ਰੋਡ ਵਾਲੀ ਜ਼ਮੀਨ 'ਤੇ ਲਾਈਏ ਇਹ ਪਲਾਂਟ, ਆਪਣੇ ਮਨੀ ਦੇ ਨਾਮ 'ਤੇ, ਮਨੀ ਪਾਈਪ ਇੰਡਸਟਰੀ। ਠੀਕ ਹੈ ਨਾ ਪ੍ਰਪੋਜ਼ਲ? ਜੀਤਿੰਦਰ ਸਿੱਧਾ ਮੇਰੀ ਅੱਖਾਂ ਵਿੱਚ ਝਾਕਿਆ। ਮੇਰੀਆਂ ਅੱਖਾਂ ਕੁਝ ਨਹੀਂ ਵੇਖ ਰਹੀਆਂ ਸਨ, ਉਹਨਾਂ ਵਿੱਚ ਪਾਣੀ ਤੈਰ ਰਿਹਾ ਸੀ। ਸਭ ਦੇ ਅਕਸ ਪਾਣੀ ਵਿੱਚ ਡੁੱਬੇ ਹੋਏ ਸਨ। ਤੇ ਡੈਡੀ, ਲਾਸਟ ਫਾਰਮੈਲਿਟੀ ਹੈ, ਤੁਸੀਂ ਪਿੰਡ ਵਾਲੀ ਜ਼ਮੀਨ ਮਨੀ ਦੇ ਨਾਮ ਟ੍ਰਾਂਸਫਰ ਕਰ ਦਿਓ। 7 ਕਿੱਲੇ, ਬਾਕੀ ਸਭ ਓਕੇ ਸਮਝੋ। ਆਲ ਥਿੰਗਸ ਆਰ ਫਿਨਿਸ਼ਡ। ਸੁਣ ਕੇ ਮੇਰੀ ਚੱਕਰੀ ਘੁੰਮ ਗਈ। ਮੈਂ ਬੌਂਦਲਿਆਂ ਵਾਂਗ ਬਾਕੀ ਬਚਦਾ ਪੈਗ ਪੀ ਗਿਆ। ਉਹਨਾਂ ਹੀ ਹੋਰ ਪੈਗ ਬਣਾ ਕੇ ਚਾੜ ਗਿਆ। ਜਗਦੀਸ਼ ਤੇ ਗਾਮਾ ਸਰਦਾਰ ਗੱਲਾਂ ਤਾਂ ਹੋਰ ਕਰ ਰਹੇ ਸਨ, ਪਰ ਕੰਨ ਉਹਨਾਂ ਦੇ ਮੇਰੇ ਵੱਲ ਸਨ। ਸ਼ਰਾਬ ਨੇ ਮੇਰੇ ਅੰਦਰ ਕੀੜੀਆਂ ਰੀਂਗਣ ਲਾ ਦਿੱਤੀਆਂ। ਮੈਂ ਨਾਂਹ ਕਰਨ ਦੀ ਸ਼ਕਤੀ ਇਕੱਠੀ ਕਰਨ ਲੱਗਾ, ਪਰ ਮੇਰੀ ਨਾਂਹ ਨਾਲ ਸਿਮਰਨ ਦਾ ਘਰ ਖਿਲਰਦਾ ਦਿਸਦਾ। ਮੈਂ ਜ਼ੋਰ ਲਾ ਕੇ ਆਪਣਾ ਖਿਲਰਦਾ ਸਰੀਰ ਸਮੇਟਿਆ ਤੇ ਉੱਠ ਖੜਾ। ਬਾਹਰ ਗਲੀ ਦਾ ਸੀਵਰੇਜ ਵੀ ਨਹੀਂ ਖੁੱਲ੍ਹਿਆ ਸੀ। ਗੰਦਾ ਪਾਣੀ ਤੇ ਬਦਬੂ ਉਵੇਂ ਸੀ। ਗਲੀ ਵਿੱਚ ਚੇਤਨਾ ਦੀ ਕਾਈਨੈਟਿਕ ਖੜੀ ਸੀ। ਬਾਥਰੂਮ ਜਾ ਕੇ ਮੇਰੇ ਅੰਦਰਲਾ ਸੇਕ ਤੇ ਤਪਸ਼ ਜਿਵੇਂ ਬਾਹਰ ਨਿਕਲ ਗਏ ਹੁਣ। ਮੈਂ ਹੱਥ ਧੋ ਕੇ ਵਾਪਸ ਆਉਣ ਦੀ ਸੋਚ ਹੀ ਰਿਹਾ ਸਾਂ ਕਿ ਜੋਤੀ ਦੀ ਬਾਹਰ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜੀ, ਲੋ ਮਾਸਟਰ ਜੀ, ਸਾਰੀ ਫਾਈਲ ਕੰਪਲੀਟ ਹੈ, ਤੁਸੀਂ CM ਤੋਂ ਮਨਜ਼ੂਰੀ ਲਿਆ ਕੇ ਦਿਓ। ਕੀ ਹੈ ਭਾਈ, ਕਾਹਦੀ ਫਾਈਲ ਹੈ? ਗਾਮੇ ਸਰਦਾਰ ਦੇ ਬੋਲ ਭਾਰੀ ਸਨ। ਮਾਸਟਰ ਜੀ ਤੇ ਜੀਜਾ ਜੀ, ਤੁਸੀਂ ਵੀ ਆ ਜਾਓ, ਪਾਪਾ ਜੀ ਤੇ ਮਾਮਾ ਜੀ, ਬੈਠੋ ਚੇਤਨਾ ਦੀਦੀ। ਜੋਤੀ ਸਾਨੂੰ ਸਾਰਿਆਂ ਨੂੰ ਬਹਾ ਕੇ ਕਹਿਣ ਲੱਗੀ, ਇਹ ਇੱਕ ਡਰੀਮ ਹੈ ਸਾਡਾ, ਇੱਕ ਐਜੂਕੇਸ਼ਨ ਇੰਸਟੀਚਿਊਟ, ਸਭ ਤੋਂ ਨਵੇਕਲਾ, ਜਿਸ ਵਿੱਚ 50% ਬੱਚਿਆਂ ਨੂੰ ਲੇਟੈਸਟ ਐਜੂਕੇਸ਼ਨ ਦੇਵਾਂਗੇ, ਹਰ ਕਿਸਮ ਦੀ, ਟੌਪ ਦੇ ਸਟੂਡੈਂਟ ਲੈ ਕੇ, ਔਰ 50% ਗਰੀਬ ਬੱਚਿਆਂ ਨੂੰ ਲੋੜੀਂਦੀ ਐਜੂਕੇਸ਼ਨ, ਕੰਮਾਂ ਕਾਰੋਬਾਰਾਂ ਦੀ ਟ੍ਰੇਨਿੰਗ, ਘੱਟ ਤੋਂ ਘੱਟ ਖਰਚੇ ਨਾਲ,
ਆਪਣੇ ਰੁਜ਼ਗਾਰ ਅਤੇ ਪੈਰਾਂ ਉੱਤੇ ਖੜਾ ਹੋਣ ਵਾਸਤੇ। ਫਿਰ ਮੈਂ ਕੀ ਕਰਾਂ ਬੀਬੀ ਰਾਣੀ, ਗਾਮੇ ਸਰਦਾਰ ਦੇ ਬੋਲ ਤੰਜੀ ਆ ਸਨ। ਤੁਸੀਂ ਇਸ ਫਾਈਲ ਤੇ CM ਸਾਹਿਬ ਤੋਂ ਮਨਜ਼ੂਰੀ ਲਿਆ ਦਿਓ ਪ੍ਰੋਜੈਕਟ ਦੀ। ਤੁਸੀਂ ਇੰਨੇ ਵੱਡੇ ਲੀਡਰ ਹੋ, ਮੰਤਰੀ ਦੇ ਖਾਸਮ ਖਾਸ, ਤੁਹਾਡੇ ਤਾਂ ਬਾएं ਹੱਥ ਦਾ ਖੇਲ ਹੈ ਜੇ। ਮੈਨੂੰ ਲੱਗਿਆ ਗਾਮਾ ਸਰਦਾਰ ਭਰਿਆ ਪੀਤਾ ਬੈਠਾ ਹੈ। ਉਸਦੇ ਚਿਹਰੇ ਤੋਂ ਨਫ਼ਰਤ ਤੇ ਗੁੱਸਾ ਸਾਫ਼ ਝਲਕ ਰਹੇ ਨੇ। ਉਸਨੂੰ ਪ੍ਰੀਤਿੰਦਰ ਦੇ ਰਿਸ਼ਤੇ ਤੋਂ ਜਵਾਬ ਵਾਲੀ ਗੱਲ ਨਹੀਂ ਭੁੱਲੀ ਕਿ ਜੋਤੀ ਉਸਨੂੰ ਆਪਣੇ ਕਿਸੇ ਡਰੀਮ ਦੀ ਮਨਜ਼ੂਰੀ ਦੀ ਬੰਗਾਰ ਪਾ ਰਹੀ ਹੈ। ਭਾਈ ਜੋਤੀ, ਕਟੋਰੇ 'ਚ ਦੁੱਧ 'ਚ ਸ਼ੱਕਰ ਖੋਰ ਕੇ ਪੀਣ ਵਾਲੇ ਭਦੌੜ ਵਾਲੇ ਸਾਧ ਵਾਂਗੂ ਕਟੋਰਾ ਦੁੱਧ ਤੇ ਸ਼ੱਕਰ ਵੀ ਹੈ ਕਿ ਇਕੱਲੀ ਉਂਗਲ ਹੈ? ਮੇਰਾ ਮਤਲਬ ਤੁਹਾਡਾ ਇੰਸਟੀਚਿਊਟ ਖੁੱਲੂਗਾ ਕਿੱਥੇ ਕਿ ਗਮਲਿਆਂ 'ਚ ਲਾਵਾਂਗੀਆਂ ਬੋਨ ਸੋਈ ਵਾਂਗੂ? ਕਿਉਂ ਮਾਸਟਰ ਜੀ, ਗਮਲਿਆਂ 'ਚ ਕਾਹਦੇ ਵਾਸਤੇ? ਆਪਦੇ ਪਿੰਡ ਖੋਲਾਂਗੇ, ਮੇਨ ਰੋਡ ਤੇ 7 ਕਿੱਲਿਆਂ 'ਚ, ਜਿਹੜੇ ਮੇਰੇ ਪਾਪਾ ਜੀ ਦੇ ਨੇ। ਮਰ ਥੋੜੀ ਭੈਣ ਨੂੰ। ਗਾਮੇ ਸਰਦਾਰ ਜਗਦੀਸ਼ ਤੇ ਜੀਤਿੰਦਰ ਦੇ ਮੂੰਹੋਂ ਇਕੱਠਾ ਨਿਕਲਿਆ। ਮੈਨੂੰ ਪਹਿਲਾਂ ਪੀਤੇ ਪੈਗ ਦਾ ਸਰੂਰ ਆਉਣ ਲੱਗ ਪਿਆ ਸੀ। ਮਿੱਠਾ। ਧੰਨਵਾਦ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।